वाहिगुरु 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 साहिब जी। आसा महला पंजवा। मोह मलन नींद ते छुटकी, कौन अनग्रह पयोरी। महामोहनी तुद न व्यापै, तेरा आलस कहाँ गयोरी। रहा काम क्रोध अहंकार गाखरो, संजम कौन छुट्योरी। सुर नर देव असुर त्रै गुणिया, सगलो पवन लुट्योरी। दावा अगन बहुत त्रिन जाले, कोई हरिया बूट रहोरी। ऐसो समर्थ वरन न सको, ताकि उपमा जात न कहोरी। काजर कोठ में पई न करे, निर्मल वरन बनयोरी। महामंत्र गुर हृदय बसियो, अचरज नाम सुनियोरी। कर कृपा प्रभ नदर अवलोकन, अपने चरण लगाए। प्रेम भगत नानक सुख पाया, साधु संग समाई। माया ममता मोहनी, जिन बिन दंता जग खाया। मन मुख खादे गुरमुखी उबरै, जिन्नी सच नाम चित लाया। बिन नावै जग कमला फिरै, गुरमुख नदरी आया। ज़ारा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं दे गुरु धन धन श्री गुरु ग्रंथ साहिब महाराज जी। गुरुआं भगतां भट्टां सिखां दी इलाही बाणी जोत रूप दे विच सतगुर जी दे दर्शन दीदार कर रही साध संगत जी। धनता दे योग हाँ, वडभागे हाँ, गुरु साहब ने मेहर कीती है, बड़ी दया कीती है, सानू बचा के रखिया होया, सानू योग बना के रखिया होया, सानू इस काबल रखिया होया भी मुड़ गुरु दी गोद विच बहन दा मौका अवसर मिले। सो सतगुरु जी आप जी का कोटान कोट शुकराने, आप जी ने दया की है। आप जी ने चढ़दियाँ कलां बख्श के अपनी गोद का आनंद बख्शिश करने दे लई सानू बुलाया, सानू समा दिता है और सानू बहुत ही महान बाणी, बहुत ही कीमती वेला जिसनों कहते हैं धन सुवेला, जित दर्शन करना हाँ बलहारी सतगुरु चरण। सो आप जी ने मेहर करके समा बख्शिया, जीवन बख्शिया, उद्यमी इशनान बख्शिया, तंदुरुस्तियाँ बख्शियाँ हैं और आप जी साडा समा महाराज जी सफल कर रहे हो। आप
ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਗੁਰਸਿੱਖ ਦੇ ਮੁਖ ਦੇ ਵਿੱਚ ਹਮੇਸ਼ਾ ਹੀ ਬਾਣੀ ਸ਼ੁਕਰਾਨਾ ਇਹ ਰਹਿੰਦਾ ਹੈ, ਔਰ ਗੁਰੂ ਦਾ ਹਮੇਸ਼ਾ ਹੀ ਸਿੱਖ ਸ਼ੁਕਰਾਨਾ ਕਰਦਾ ਹੋਇਆ ਗੁਰੂ ਦੇ ਕੀਤੇ ਅਹਿਸਾਨ, ਗੁਰੂ ਦੀ ਦਿੱਤੀ ਦੇਣ, ਇਹਦਾ ਜਿਹੜਾ ਕਰਜ਼ਾ ਹੈ ਇਹ ਉਤਾਰ ਨਹੀਂ ਸਕਦਾ। ਸਾਡੇ 'ਤੇ ਬਹੁਤ ਵੱਡਾ ਜਿਹੜਾ ਅਹਿਸਾਨ ਹੈ ਉਹ ਸਾਡੇ ਮਾਲਕ ਕਹਿ ਲਈਏ, ਗੁਰੂ ਕਹਿ ਲਈਏ, ਰੱਬ ਕਹਿ ਲਈਏ, ਉਸ ਦਾ ਹੈ, ਉਸ ਦਾ। ਕਿਉਂਕਿ ਇਨਸਾਨ ਅਹਿਸਾਨ ਨੂੰ ਕਬੂਲ ਕਰਦਾ ਹੈ। ਮੇਰੇ ਉੱਤੇ ਉਸ ਦਾ ਅਹਿਸਾਨ ਹੈ, ਮੈਂ ਭੁੱਲਦਾ ਨਹੀਂ, ਜਾਂ ਮੈਨੂੰ ਭੁੱਲਣਾ ਨਹੀਂ ਚਾਹੀਦਾ, ਅਹਿਸਾਨ ਨੂੰ ਭੁੱਲਣਾ ਨਹੀਂ ਚਾਹੀਦਾ। ਇਨਸਾਨ ਨੂੰ ਇਹ ਪਤਾ ਮੇਰੇ 'ਤੇ ਉਸ ਦਾ ਹੱਥ ਹੈ, ਮੇਰੇ 'ਤੇ ਉਸ ਦਾ ਅਹਿਸਾਨ ਹੈ, ਮੇਰੀ ਉਸ ਨੇ ਮਦਦ ਕੀਤੀ ਹੈ, ਮੇਰਾ ਉਹ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੈ, ਜਾਂ ਮੇਰੇ 'ਤੇ ਉਸ ਦਾ ਅਹਿਸਾਨ ਹੈ। ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਦਾ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਹੈ। ਅਹਿਸਾਨ ਇਹ ਹੈ ਕਿ ਉਸ ਅਕਾਲ ਪੁਰਖ ਨੇ ਸਾਨੂੰ ਭਟਕਦਿਆਂ ਹੋਇਆਂ ਨੂੰ, ਸਾਨੂੰ ਘੁੰਮਦਿਆਂ ਹੋਇਆਂ ਨੂੰ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਨੂੰ ਭਟਕਦਿਆਂ ਹੋਇਆਂ ਨੂੰ, ਮਤਲਬ ਭੁੱਲਿਆਂ ਹੋਇਆਂ ਨੂੰ ਬਾਹੋਂ ਫੜ ਕੇ ਸਾਨੂੰ ਉਸ ਘਰ ਦੇ ਵਿੱਚ ਲੈ ਆਉਂਦਾ ਜਿੱਥੇ ਰਸਤਾ ਮਿਲਦਾ ਜਾਂ ਰਸਤਾ ਹੈ। ਸਾਨੂੰ ਉਸ ਮਨੁੱਖਾ ਦੇਹੀ ਦੇ ਵਿੱਚ ਲੈ ਆਉਂਦਾ ਜਿਸ ਦੇਹੀ ਨੂੰ ਸਭ ਤੋਂ ਸ੍ਰੇਸ਼ਟ ਜਨਮ ਮੰਨਿਆ ਗਿਆ ਹੈ। 184 ਭਰਮ ਤੇ ਦੁਰਲਭ ਜਨਮ ਪਾਏ ਹੋਏ, ਚਿਰੰਕਾਲ ਇਹ ਦੇਹ ਸੰਜਰੀਆ। ਸੋ ਇਸ ਦੇਹੀ ਦੇ ਵਿੱਚ ਸਾਨੂੰ ਮਹਾਰਾਜ ਜੀ ਨੇ ਇਸ ਵੇਲੇ ਰੱਖਿਆ ਹੋਇਆ। ਇਸ ਦੇਹੀ ਦੇ ਵਿੱਚੋਂ ਨਿਕਲ ਤੋਂ ਪਹਿਲਾਂ, ਇਸ ਦੇਹੀ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਜਿਸ ਨੇ ਦੇਹੀ ਬਖਸ਼ੀ ਹੈ ਉਹਨੂੰ ਦੇਖ ਲਈ, ਜਾਂ ਉਸ ਦੇ ਨਾਲ ਸਾਰੀ ਗੱਲਬਾਤ ਆਪਣੀ ਕਰ ਲਈ ਹੈ, ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡਾ ਜੀਵਨ ਕਿਸ ਤਰ੍ਹਾਂ ਸਹੀ ਹੋਣਾ ਜਾਂ ਕਿਸ ਤਰ੍ਹਾਂ ਸਾਡਾ ਪਾਰ ਉਤਾਰਾ ਹੋਣਾ। ਉਹ ਸਾਨੂੰ ਉਸ ਦੇ ਨਾਲ ਮਿਲ ਕੇ, ਉਸ ਨੂੰ ਜਾਣ ਕੇ, ਉਸ ਕੋਲ ਬੈਠ ਕੇ ਅਤੇ ਉਸ ਨੂੰ ਪ੍ਰਾਪਤ ਕਰਕੇ ਹੀ ਇਹ ਸਭ ਕੁਛ ਮਿਲਦਾ। ਸੋ ਇਸ ਲਈ ਗੁਰੂ ਦੇ ਕੋਲ ਅਸੀਂ ਆਏ ਹਾਂ ਜਾਂ ਰੋਜ਼ ਆਉਂਦੇ ਹਾਂ, ਅਤੇ ਗੁਰੂ ਸਾਹਿਬ ਜੀ ਵੀ ਕੋਈ ਕਿਸੇ ਕਿਸਮ ਦੀ ਕਸਰ ਜਾਂ ਕੋਈ ਕਮੀ ਜਿਹੜੀ ਹੈ ਉਹ ਰਹਿਣ ਨਹੀਂ ਦਿੰਦੇ। ਹਰ ਚੀਜ਼ ਮਹਾਰਾਜ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪ੍ਰਮਾਣ ਸਹਿਤ ਦੱਸਦੇ ਨੇ, ਤਾਂ ਜੋ ਸਾਨੂੰ ਸਮਝ ਆ ਜਾਏ। ਜਿਸ ਨੂੰ ਸਮਝ ਲੱਗਣੀ ਹੈ ਉਸ ਨੂੰ ਲੱਗ ਜਾਣੀ ਹੈ, ਜਿਸ ਨੂੰ ਸਮਝ ਨਹੀਂ ਲੱਗਣੀ ਉਸ ਨੂੰ ਸਾਰੀ ਜ਼ਿੰਦਗੀ ਨਹੀਂ ਲੱਗਣੀ। ਜਿਸ ਨੇ ਦੇਖਣਾ ਹੈ ਉਸ ਨੇ ਦੇਖ ਲੈਣਾ, ਜਿਸ ਨੇ ਨਹੀਂ ਦੇਖਣਾ ਉਸ ਨੇ ਸਾਰੀ ਜ਼ਿੰਦਗੀ ਵੀ ਨਹੀਂ ਵੇਖਣਾ, ਕਿਉਂਕਿ ਉਸ ਨੂੰ ਵੇਖਣ ਦੀ ਇੱਛਾ ਨਹੀਂ ਹੈ, ਉਸ ਨੂੰ ਪਾਉਣ ਦੀ ਇੱਛਾ ਨਹੀਂ ਹੈ, ਉਸ ਨੂੰ ਪ੍ਰਾਪਤੀ ਦੀ ਇੱਛਾ ਨਹੀਂ ਹੈ। ਇਸ ਕਰਕੇ ਜਿਹਨੂੰ ਪਾਉਣ ਦੀ ਇੱਛਾ ਨਹੀਂ, ਪ੍ਰਾਪਤੀ ਦੀ ਇੱਛਾ ਨਹੀਂ, ਉਹ ਉਸ ਚੀਜ਼ ਦੇ ਲਈ ਮਿਹਨਤ ਵੀ ਨਹੀਂ ਕਰਦਾ, ਨਹੀਂ ਕਰੇਗਾ। ਧਿਆਨ ਦੇਣਾ, ਕਿਸੇ ਨੂੰ ਕੋਈ ਅਹੁਦਾ ਪਾਉਣ ਦੀ ਖਿੱਚ ਹੈ ਵੀ ਆ ਅਹੁਦੇ 'ਤੇ ਮੈਂ ਜਾਣਾ, ਪੜ੍ਹਾਈ ਕਰਕੇ ਉਹ ਬਹੁਤ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਵੀ ਇਸ ਅਹੁਦੇ 'ਤੇ ਜਾਣ ਦੇ ਲਈ ਮੈਨੂੰ ਇਹ ਐਜੂਕੇਸ਼ਨ ਚਾਹੀਦੀ ਹੈ, ਮਿਹਨਤ। ਹੁਣ ਗੁਰੂ ਤੋਂ ਅਸੀਂ ਸਾਰਿਆਂ ਨੇ ਸੁਣ ਲਿਆ ਵੀ ਮੁਕਤੀ ਦਾ ਮਾਰਗ ਗੁਰੂ ਤੋਂ ਮਿਲਦਾ,
ਮੁਕਤੀ ਗੁਰੂ ਦੱਸਦਾ, ਮੁਕਤ ਗੁਰੂ ਕਰਦਾ, ਸੁੱਖ ਗੁਰੂ ਦਿੰਦਾ, ਸ਼ਾਂਤੀ ਗੁਰੂ ਦਿੰਦਾ, ਪਦਾਰਥ ਗੁਰੂ ਦਿੰਦਾ, ਮਿਹਰ ਗੁਰੂ ਕਰਦਾ। ਫਿਰ ਇਹ ਸਭ ਕੁਝ ਪਤਾ ਹੋਣ ਦੇ ਬਾਅਦ ਵੀ ਜੇ ਫਿਰ ਗੁਰੂ ਸਾਹਿਬ ਦੇ ਪਾਸ ਅਸੀਂ ਨਾ ਜਾਈਏ, ਗੁਰੂ ਸਾਹਿਬ ਨਾਲ ਕੋਈ ਗੱਲਬਾਤ ਨਾ ਵਧਾਈਏ, ਨਾ ਕਰੀਏ, ਫਿਰ ਸਾਰੀ ਜ਼ਿੰਦਗੀ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਔਰ ਸਾਰੀ ਜ਼ਿੰਦਗੀ ਅਸੀਂ ਐਵੇਂ ਬੇਤਾਲੇ ਬੇਰਸੇ ਹੀ ਤੁਰਦੇ ਤੁਰਦੇ ਆਪਣੇ ਜੀਵਨ ਦਾ ਜਿਹੜਾ ਅਸਲ ਮਨੋਰਥ ਹੈ, ਪ੍ਰਭ ਇਹ ਹੈ ਮਨੋਰਥ ਮੇਰਾ, ਉਸ ਮਨੋਰਥ ਨੂੰ ਭੁੱਲ ਕੇ ਮਾਇਆ ਲੱਗ ਭੁੱਲੋ ਸੰਸਾਰ, ਅਤੇ ਮਾਇਆ ਦੇ ਵਿੱਚ ਲੱਗ ਕੇ, ਸੰਸਾਰ ਦੇ ਸੁੱਖਾਂ ਦੇ ਵਿੱਚ ਲੱਗ ਕੇ, ਆਰਾਮ ਦੇ ਵਿੱਚ ਲੱਗ ਕੇ, ਉਸ ਨੂੰ ਭੁੱਲ ਕੇ ਫਿਰ ਉਸੇ ਹੀ ਜਗ੍ਹਾ ਪਹੁੰਚ ਜਾਵਾਂਗੇ ਜਿਸ ਜਗ੍ਹਾ ਤੋਂ ਅਸੀਂ ਯਾਤਰਾ ਆਰੰਭ ਕੀਤੀ ਸੀ। ਜਿਸ ਜਗ੍ਹਾ ਤੋਂ ਯਾਤਰਾ ਆਰੰਭ ਕੀਤੀ ਸੀ ਉਸ ਜਗ੍ਹਾ 'ਤੇ ਨਹੀਂ ਪਹੁੰਚਣਾ, ਦੂਰ ਪਹੁੰਚਣਾ ਹੈ। ਜਿਹੜੀ ਵਿੱਚ ਜਿਹੜਾ ਗਾਇਬ ਹੈ, ਮਤਲਬ ਜਿਹੜੀ ਵਿੱਚ ਡਿਸਟੈਂਸ ਹੈ, ਜਿਹੜਾ ਵਿੱਚ ਫਰਕ ਹੈ, ਉਹਨੂੰ ਦੂਰ ਕਰਨਾ ਸੀ ਅਤੇ ਉਸ ਤੱਕ ਪਹੁੰਚਣਾ ਸੀ। ਪਰ ਇਹ ਹੱਥ ਪੈਰ ਮਾਰਦਾ ਮਾਰਦਾ ਉੱਥੇ ਹੀ ਰਿਹਾ, ਉਸ ਤੋਂ ਅੱਗੇ ਨਾ ਵੱਧ ਸਕਿਆ। ਨਾ ਵਧਣ ਦਾ ਕਾਰਨ ਹੈ ਮਨ ਮਰਜ਼ੀ, ਅੱਗੇ ਨਾ ਵਧਣ ਦਾ ਕਾਰਨ ਹੈ ਮਨ ਮਰਜ਼ੀ। ਔਰ ਗੁਰੂ ਦੀ ਬਾਣੀ ਤੋਂ ਸੇਧ ਨਾ ਲੈਣੀ, ਗੁਰੂ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਨਾ ਕਰਨਾ, ਇਸ ਦੀ ਰੁਕਾਵਟ ਅਤੇ ਇਸ ਦਾ ਉੱਥੇ ਹੀ ਖੜ੍ਹੇ ਹੋਣ ਦਾ ਕਾਰਨ ਸਿਰਫ ਇਹੀ ਹੈ। ਸੋ ਗੁਰੂ ਸਾਹਿਬ ਜੀ ਮਿਹਰ ਕਰਨ। ਆਓ ਗੁਰੂ ਸਾਹਿਬ ਕਿਵੇਂ ਕੱਢਦੇ ਨੇ ਸੰਸਾਰ ਦੀ ਮਾਇਆ ਦੇ ਵਿੱਚੋਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 383 ਔਰ 84 ਦੇ ਉੱਪਰ ਅੰਕਿਤ ਹੈ। ਆਸਾ ਮਹੱਲਾ ਪੰਜਵਾਂ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਗ੍ਰਹ ਭਇਓ ਰੀ। ਇਸ ਸ਼ਬਦ ਦੇ ਵਿੱਚ ਇੱਕ ਸਹੇਲੀ ਦੇ ਰੂਪ ਦੇ ਵਿੱਚ ਇੱਕ ਸਹੇਲੀ ਦੇ ਨਾਲ ਗੱਲ ਕੀਤੀ ਗਈ। ਸਹੇਲੀ ਕੌਣ ਹੈ? ਜੀਵ ਆਤਮਾ ਜਾਂ ਜੀਵ ਇਸਤਰੀ। ਇੱਕ ਜਿਹੜੀ ਹੈ ਜੀਵ ਇਸਤਰੀ ਦੂਸਰੀ ਜੀਵ ਇਸਤਰੀ ਨੂੰ ਪੁੱਛਦੀ ਹੈ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਗ੍ਰਹ ਭਇਓ ਰੀ। ਹੇ ਮੇਰੀ ਭੈਣ, ਹੇ ਮੇਰੀ ਸਖੀ, ਹੇ ਮੇਰੀ ਸਹੇਲੀ, ਮਨ ਨੂੰ ਮੈਲਾ ਕਰਨ ਵਾਲੀ ਉਹ ਚੀਜ਼, ਮਨ ਨੂੰ ਮੋਹ ਲੈਣ ਵਾਲੀ ਉਹ ਚੀਜ਼, ਮਨ ਨੂੰ ਖੰਡ ਖੰਡ ਕਰਨ ਵਾਲੀ ਉਹ ਨਿੰਦਰਾ, ਉਹ ਨੀਂਦ, ਮੋਹ ਦੀ ਨੀਂਦ, ਪਦਾਰਥਾਂ ਦੀ ਨੀਂਦ ਦੇ ਵਿੱਚੋਂ ਤੋਂ ਬਾਹਰ ਕਿਵੇਂ ਨਿਕਲ ਕੇ ਆਈ ਹੈ। ਮੋਹ ਮਲਨ ਨੀਂਦ ਤੇ ਛੁਟਕੀ। ਛੁਟਕੀ ਮਤਲਬ ਕਿਵੇਂ ਛੁੱਟੀ ਹੈ, ਕਿਵੇਂ ਬਚੀ ਹੈ ਤੂੰ। ਮੋਹ ਮਲਨ ਨੀਂਦ ਕੇ ਛੁਟਕੀ, ਕੌਣ ਅਨਗ੍ਰਹ ਭਇਓ ਰੀ। ਤੇਰੇ ਤੇ ਕਿਹੜੀ ਕਿਰਪਾ ਹੋਈ ਹੈ, ਤੂੰ ਮਾਇਆ ਦੀ ਨੀਂਦ ਜਾਂ ਮਾਇਆ ਦੇ ਮੋਹ ਦੇ ਵਿੱਚੋਂ ਬਚ ਕੇ ਨਿਕਲ ਆਈ ਹੈ। ਉਹ ਕਿਵੇਂ ਕਿਰਪਾ ਹੋਈ ਹੈ ਦੱਸ। ਮਹਾ ਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਿਓ ਰੀ। ਮੋਹ ਲੈਣ ਵਾਲੀ ਮਾਇਆ ਤੇਰੇ ਤੇ ਜ਼ੋਰ ਨਹੀਂ ਪਾਉਂਦੀ ਪਈ, ਤੈਨੂੰ ਪ੍ਰਭਾਵਿਤ ਨਹੀਂ ਕਰਦੀ ਪਈ, ਤੇ ਤੇਰੀ ਸਾਰੀ ਜਿਹੜੀ ਹੈ ਨਿੰਦਰਾ, ਆਲਸ, ਤੇਰਾ ਆਲਸ ਕਹਾਂ ਗਇਓ ਰੀ। ਤੂੰ ਉਦਮੀ ਬਣ ਗਈ ਹੈ, ਤੇਰੇ ਅੰਦਰ ਉਦਮ ਪੈਦਾ ਹੋ ਗਿਆ। ਤੂੰ ਮੈਨੂੰ ਇਹ ਦੱਸ, ਤੇਰੇ ਅੰਦਰ ਜਿਹੜੀ ਮਾਇਆ ਜ਼ੋਰ ਨਹੀਂ ਪਾਉਂਦੀ ਪਈ, ਉਹ ਕਿਉਂ ਨਹੀਂ ਪਾਉਂਦੀ ਪਈ, ਤੇ ਤੂੰ ਤੇਰਾ ਆਲਸੀਪਨ ਜਿਹੜਾ ਉਹ ਦੂਰ ਕਿਵੇਂ ਹੋ ਗਿਆ, ਤੇਰੇ ਵਿੱਚੋਂ ਆਲਸ ਕਿਵੇਂ ਚਲਾ ਗਿਆ। ਜਿਵੇਂ ਕੋਈ ਆਲਸੀ ਇਨਸਾਨ ਹੋਵੇ ਉਹ ਉਦਮੀ ਨਹੀਂ ਹੁੰਦਾ। ਆਲਸੀ ਇਨਸਾਨ ਜਿਹੜਾ ਉਹ ਉਦਮੀ ਨਹੀਂ ਹੁੰਦਾ, ਜਿਹੜਾ ਉਦਮੀ ਹੁੰਦਾ ਉਹ ਆਲਸੀ ਨਹੀਂ ਹੁੰਦਾ, ਅਤੇ ਜਿਹੜਾ ਆਲਸੀ ਹੁੰਦਾ ਉਹ ਵੱਧ ਨਹੀਂ ਸਕਦਾ, ਜਿਹੜਾ ਉਦਮੀ ਹੁੰਦਾ ਉਹ ਘਟ ਨਹੀਂ ਸਕਦਾ। ਧਿਆਨ ਦੇਣਾ, ਆਲਸੀ ਵੱਧ ਨਹੀਂ ਸਕਦਾ, ਉਦਮੀ ਘਟ ਨਹੀਂ ਸਕਦਾ। ਇਸ ਕਰਕੇ ਇਹਨਾਂ ਦਾ ਦੋਨਾਂ ਦਾ ਡਿਫਰੈਂਸ ਬਹੁਤ ਹੈ।
ਤੇ ਗੁਰੂ ਸਾਹਿਬ ਜੀ ਜੀਵ ਇਸਤਰੀ ਦੇ ਰੂਪ ਦੇ ਵਿੱਚ, ਸਖੀ ਦੇ ਰੂਪ ਦੇ ਵਿੱਚ ਸਵਾਲ ਕਰਦੇ ਨੇ ਤੇ ਦੂਜੀ ਫਿਰ ਜਵਾਬ ਦੇਵੇਗੀ। ਪਹਿਲਾ ਸਵਾਲ ਨੇ ਵੀ ਤੂੰ ਦੱਸ, ਮਹਾ ਮੋਹਣੀ ਤੁਧ ਨਾ ਵਿਆਪੇ, ਇਹ ਮਨ ਨੂੰ ਮੋਹ ਲੈਣ ਵਾਲੀ ਮਾਇਆ ਤੇਰੇ ਤੇ ਪ੍ਰਭਾਵ ਨਹੀਂ ਪਾ ਰਹੀ। ਤੇਰਾ ਸੁਭਾਅ ਬੜਾ ਹੀ ਪਿਆਰਾ ਹੋ ਗਿਆ, ਤੇਰਾ ਰਹਿਣ ਸਹਿਣ ਬਹੁਤ ਹੀ ਚੰਗਾ ਹੋ ਗਿਆ, ਔਰ ਤੂੰ ਹਰ ਵੇਲੇ ਖਿੜੇ ਮੱਥੇ ਵਾਲੀ, ਹਰ ਵੇਲੇ ਉਦਮ ਦੇ ਨਾਲ ਭਰਪੂਰ। ਤੇ ਮੈਨੂੰ ਇਹ ਦੱਸ, ਉਦਮ ਕਿੱਥੋਂ ਆਇਆ ਤੇ ਆਲਸ ਤੇਰਾ ਕਿਵੇਂ ਗਿਆ, ਮੈਨੂੰ ਜਰਾ ਦੱਸ। ਔਰ ਦੱਸ ਕਿ ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁੱਟਿਓ ਰੇ। ਮੇਰੀ ਇਹ ਭੈਣ, ਮੇਰੀ ਸਖੀ ਹੈ, ਮੈਨੂੰ ਇਹ ਦੱਸ, ਇਹ ਜਿਹੜਾ ਕਾਮ ਕ੍ਰੋਧ ਅਹੰਕਾਰ ਜੀਵਨ ਨੂੰ ਬੜੀ ਔਖਿਆਈ ਦਿੰਦਾ ਹੈ, ਇਹ ਤੇਰੇ ਅੰਦਰੋਂ ਕਿਸ ਜੁਗਤੀ ਦੇ ਨਾਲ ਇਹਦਾ ਨਾਸ਼ ਹੋਇਆ? ਕਾਮ ਕ੍ਰੋਧ ਅਹੰਕਾਰ ਗਾਖਰੋ ਦਾ ਮਤਲਬ ਔਖਾ, ਔਖਿਆਈ ਵਾਲਾ, ਬਹੁਤ ਟਫ ਜਿਹਾ। ਗਾਖਰੋ ਸੰਜਮ ਕੌਣ ਛੁੱਟਿਓ ਰੀ। ਤੇ ਇਹ ਜਿਹੜਾ ਕਿਹੜੀ ਚੀਜ਼ ਦਾ ਤੂੰ ਸੰਜਮ ਕੀਤਾ ਹੈ ਵੀ ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਲਾ ਗਿਆ? ਧਿਆਨ ਦੇਣਾ, ਜਦੋਂ ਅਸੀਂ ਸੰਜਮ ਕਰਾਂਗੇ, ਸੰਜਮ ਰੱਖਾਂਗੇ, ਸੰਜਮ ਜਿਹੜਾ ਉਹ ਸਥਿਰਤਾ ਪੈਦਾ ਕਰਦਾ, ਸਥਿਰਤਾ ਜਾਂ ਅਡੋਲਤਾ। ਕਿਸੇ ਵੀ ਚੀਜ਼ ਦਾ ਸੰਜਮ ਲਾ ਲਓ। ਦੁਨੀਆ ਦੇ ਵਿੱਚ ਜੋ ਚੀਜ਼ ਅਸੀਂ ਆਪਣੀ ਕਿਰਿਆ ਦੁਆਰਾ ਕਰਦੇ ਹਾਂ, ਖਾਣ ਪੀਣ ਸਪਰਸ਼ ਜਾਂ ਕਿਸੇ ਵੀ ਤਰ੍ਹਾਂ ਕੋਈ ਵੀ ਚੀਜ਼ ਕਰਦੇ ਹਨ, ਉਹਦੇ ਵਿੱਚ ਜੇ ਸੰਜਮ ਆ ਜਾਏ, ਜੇ ਉਹਦੇ ਵਿੱਚ ਸੰਜਮ ਆ ਜਾਏ ਤੇ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਬੜੀ ਵਾਰੀ ਅਸੀਂ ਸਰਵਣ ਕੀਤਾ, ਜੇ ਕੰਨ ਸੰਜਮ ਤੋਂ ਕੰਮ ਲੈਣ ਲੱਗ ਪੈਣ, ਜ਼ੁਬਾਨ ਸੰਜਮ ਤੋਂ ਕੰਮ ਲੈਣ ਲੱਗ ਪਏ, ਅੱਖੀਆਂ ਸੰਜਮ ਤੋਂ ਕੰਮ ਲੈਣ ਲੱਗ ਪੈਣ, ਸਾਡੀ ਜੀਭ ਜਾਂ ਸਾਡੀ ਜੀਭ ਦਾ ਰਸ ਸੰਜਮ ਦੇ ਵਿੱਚ ਆ ਜਾਏ, ਤੇ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਇੱਕ ਵੱਖਰਾ ਹੋਏਗਾ। ਜਿਹੜੇ ਮਹਾਤਮਾ ਲੋਕ ਹੁੰਦੇ ਨੇ, ਗੁਰਮੁਖ ਪਿਆਰੇ ਹੁੰਦੇ ਨੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਦਾ ਕਾਰਨ ਹੁੰਦਾ ਹੈ ਸੰਜਮ। ਉਹ ਹਰ ਚੀਜ਼ ਦੇ ਵਿੱਚ ਸੰਜਮ ਰੱਖਦੇ ਹਨ, ਜਾਂ ਜੇ ਕਹਿ ਲਈਏ ਸਬਰ ਰੱਖਦੇ ਹਨ। ਉਸ ਦੀ ਚੀਜ਼ ਦੀ ਪ੍ਰਾਪਤੀ ਦੇ ਲਈ ਇਹ ਨਹੀਂ ਵੀ ਇੰਨੀ ਦੌੜ ਲਾ ਲਈਏ ਵੀ ਬੰਦਾ ਡਿੱਗ ਹੀ ਪਵੇ। ਧਿਆਨ ਦੇਣਾ, ਕਿਸੇ ਵੀ ਚੀਜ਼ ਦੀ ਦੌੜ ਜਿਹੜੀ ਹੈ ਬੰਦੇ ਨੂੰ ਥੱਲੇ ਸੁੱਟ ਦਿੰਦੀ ਹੈ, ਤੇ ਸੰਜਮ ਜਿਹੜਾ ਹੈ ਉਹ ਬੰਦੇ ਨੂੰ ਡਿੱਗਣ ਨਹੀਂ ਦਿੰਦਾ। ਸੰਜਮ ਵਾਲਾ ਬੰਦਾ ਦੌੜਦਾ ਹੀ ਨਹੀਂ, ਉਹ ਤਾਂ ਨਿਮਰਤਾ ਦੇ ਵਿੱਚ ਹੈ। ਤ੍ਰਿਸ਼ਨਾਲੂ ਦੌੜਦਾ ਹੈ, ਹਮੇਸ਼ਾ ਤ੍ਰਿਸ਼ਨਾਲੂ ਪੁਰਖ ਦੀ ਦੌੜ ਲੱਗਦੀ ਹੈ, ਸੰਜਮੀ ਦੀ ਨਹੀਂ। ਤੇ ਜਿਹੜਾ ਸੰਜਮ ਵਾਲਾ ਹੁੰਦਾ ਹੈ ਉਹਨੂੰ ਸਹਿਜ ਵੀ ਮਿਲ ਜਾਂਦਾ ਹੈ, ਜਿਹੜਾ ਸਹਿਜ ਵਾਲਾ ਹੁੰਦਾ ਤੇ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਨੂੰ ਦੱਸ ਸਖੀਏ, ਕਾਮ ਕ੍ਰੋਧ ਹੰਕਾਰ ਗਾਖਰੋ, ਸੰਜਮ ਕੌਣ ਛੁੱਟਿਓ ਰੀ। ਤੇਰੇ ਅੰਦਰ ਮਾਇਆ ਦਾ ਪ੍ਰਭਾਵ ਕਿਵੇਂ ਦੂਰ ਹੋਇਆ, ਔਰ ਅੰਦਰੋਂ ਕਿਸ ਜੁਗਤ ਨਾਲ ਇਹ ਨਾਸ਼ ਹੋਇਆ, ਤੇ ਸੰਜਮ ਕਿਸ ਜੁਗਤ ਦੇ ਨਾਲ ਤੇਰੇ ਅੰਦਰ ਆਇਆ, ਜਾਂ ਤੈਨੂੰ ਜੁਗਤੀ ਕਿਵੇਂ ਮਿਲੀ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਕਰਾਇਆ। ਜੁਗਤੀ ਦੇ ਨਾਲ ਹਮੇਸ਼ਾ ਮੁਕਤੀ ਬਾਣੀ ਵਿੱਚ ਲਿਖਿਆ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁੱਟਿਓ ਰੇ। ਸੋ ਇਹ ਸਖੀ, ਬਹੁਤ ਵੱਡੇ ਵੱਡੇ ਮਨੁੱਖ, ਦੇਵੀ ਦੇਵਤੇ, ਤ੍ਰੈ ਗੁਣ ਵਾਲੇ, ਦੈਂਤ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁੱਟਿਓ ਰੇ। ਤੇ ਮਾਇਆ ਨੇ ਇਹਨਾਂ ਨੂੰ ਸਾਰਿਆਂ ਨੂੰ ਲੁੱਟ ਲਿਆ, ਸਰਮਾਏ ਨੂੰ ਲੁੱਟ ਲਿਆ, ਆਤਮ ਜੀਵਨ ਲੁੱਟ ਲਿਆ। ਦਾਵਾ ਅਗਨ ਬਹੁਤ ਤ੍ਰਿੰਡ ਜਾਲੇ, ਕੋਈ ਹਰਿਓ ਬੂਟ ਰਹਿਓ ਰੀ। ਦਾਵਾ ਅਗਨ ਹੁੰਦਾ ਹੈ ਜੰਗਲ ਦੀ ਅੱਗ। ਗਰਮੀਆਂ ਦੇ ਮੌਸਮ ਦੇ ਵਿੱਚ ਹਰ ਦੇਸ਼ ਵਿੱਚ, ਸਟੇਟ ਵਿੱਚ ਕਿਧਰੇ ਨਾ ਕਿਧਰੇ ਅੱਗ ਜ਼ਰੂਰ ਲੱਗਦੀ ਹੈ।
जिथे अग लगती है वो इन्नी तेज लगती है, जंगल नूं लग जाए सारा जंगल सड़ के सुआह कर देंदी है, हरे पत्तियां नूं भी साड़ देंदी अग। दावा अगन जंगल की अग बहुत त्रिन जाले, त्रिन का मतलब होंदा घाह बनस्पति, कोई हरिओ बूट रहे हो रहे ते कोई हरा बूटा कोई बिरला ही बचदा, नहीं तो सारे ही सड़ जाते हैं। जदों अग या तत्ती तत्ती हवा वगदी है ਜਾਂ अग्नि जलदी है, ਉਹਦੇ ਨਾਲ जंगल ਦੇ जंगल ਜਿਹੜੇ ਨੇ ਉਹ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਕੋਈ ਹਰਿਓ ਬੂਟ ਰਹੇ ਹੋ ਰਹੀ ਤੇ ਕੋਈ ਬਿਰਲਾ ਹੀ ਹਰਾ ਰੁੱਖ ਬਚਦਾ ਉਹਦੇ ਵਿੱਚੋਂ। ਸੋ ਮਹਾਰਾਜ ਜੀ ਕਹਿੰਦੇ ਜਦੋਂ ਮਾਇਆ ਦੀ ਅਗਨੀ ਪ੍ਰਚੰਡ ਹੁੰਦੀ ਹੈ, ਜਦੋਂ ਮਾਇਆ ਦੀ ਅੱਗ ਤੇਜ਼ ਹੁੰਦੀ ਹੈ ਤੇ ਉਹਦੇ ਵਿੱਚ कोई विरला विरला गुरमुख प्यारा ही जिमें कोई हरिया बूटा जंगल की अग दे विच बचदा है ना, जिमें जंगल की अग दे विच कोई विरला हरा बूटा बचदा है। तो गुरु साहब जी कहते हैं जदों मनुख के जीवन दे विच माया की अग जलदी है, कोई विरला ही सड़नों बचदा है, नहीं तो सारे ही सड़ जाते हैं। ਜਦੋਂ ਕਿਸੇ ਦੇ ਸਿਰ 'ਤੇ ਕ੍ਰੋਧ ਸਵਾਰ ਹੁੰਦਾ, ਵਾਸ਼ਨਾ ਸਵਾਰ ਹੁੰਦੀ ਹੈ, ਉਸ ਨੂੰ ਸਾੜ ਦਿੰਦੀ ਹੈ, ਉਸ ਨੂੰ ਗਾਲ ਦਿੰਦੀ ਹੈ। ਬਾਣੀ ਵਿੱਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਮਾਇਆ ਦੀ ਅਗਨੀ ਬਾਣੀ ਵਿੱਚ ਲਿਖਿਆ ਹੈ ਸਾੜ ਕੇ ਸੁਆਹ ਕਰ ਦਿੰਦੀ ਹੈ। ਕੋ ਬਿਰਲਾ ਗੁਰਮੁਖ ਜਿਹੜਾ ਉਹ ਹਰਾ ਹਰਾ ਰਹਿੰਦਾ ਜਾਂ ਬਚਦਾ। हरा कौन रहिंदा? जिस दे कोल ज्ञान हुंदा, जिसने ज्ञान की प्राप्ति की होंदी है, जिंज भी कह सकते हैं जिहदे कोल ठंडक होंदी है, ठंडक उहदे ते ओह अग्नि मतलब अपना असर नहीं करती। जां होर सौखी उदाहरण तुहानूं मैं देना, जिवें अग लग जाती है चाहे जंगल नूं, चाहे किसी फसल नूं, चाहे किसी नाड़ नूं, ओह अग अगे ना वधे। कई ट्रैक्टर के नाल पैली वाह देंदे ने जां कई पानी छड़ देंदे ने मोटर का तेज। ते जिस जिस खेत दे विच जिहड़ी जगह दे विच पानी होया लगा हुंदा, जिथे धरती ठंडी होई हुंदी उधर नूं अग नहीं जाती। जिधर तत्ता हुंदी धरती जां खुश्क हुंदी है उधरले पासे अग वधदी जाती। ध्यान देना, जिथे ठंडक सी, जिथे ठंड सी, मोटर का पानी दिता, अग लगी हुई सी, किसी ने मोटर चलती, जिधर जिधर पानी गया उत्थे ठंड वरतदी गई, उधर नूं अग मुड़ी नहीं क्योंकि उत्थे ठंड सी। ते दूजा हिस्सा बच गया, सड़नों बच गया। अग लगी हुई सी, सड़नों बच गया क्योंकि उहदे विच देखो जंगलों च बाहरले मुल्कां च भी अग लगदी, हैलीकॉप्टरां नाल पानी सुट्टदे ने क्योंकि उन्होंने ठंडी कर दिंदा। इस तरह गुरु महाराज जी कहते जदों माया की अग लगती है जां दुनिया दे विच विकारां वासना की अग मनुख नूं तंग करदी है, तो जिहड़ा शीतल हुंदा है, जिहड़ा शांत हुंदा है, जिसने इदां दा सुभाव बनाया हुंदा भी एकदम निमरता च आ जांदा है। जे कोई उसनूं बुरा भी लफ्ज बोल देवे वो तां भी चुप ही कर जांदा है, मतलब ठंडी धरती हो जाती है, वह हिरदा ठंडी धरती। कोई उसनूं इन्ना ज़्यादा बुरा भी बोल देवे वो कहंदा चुप। वो ठंडी धरती अग नूं अगे वधन नहीं देंदी। ते जिहड़ा सखना हुंदा है उस शीतलता तो उन्होंने माड़ी जी चंगियाड़ी की जरूरत है, तो वह अपने अंदर भांबड़ मचा दिंदा है। ध्यान देना, जिहड़ा मनमुख हुंदा है ਉਹਦੇ अंदर माड़ी जी उन्होंने सिर्फ अग देने की जरूरत है, चिंगारी की जरूरत है, तो वह इन्ना अग बबूला हो जाता है। तो कई बार असीं कहने हो भी तू क्यों इदा मतलब टपदा फिरदा है, गल तो कुछ भी नहीं है। इदा ही कहने ना, तू क्यों इन्ना बिगड़िया फिरदा, गल तो कुछ भी नहीं है। तू क्यों इन्ना औखा होया फिरदा, रुसिया फिरदा, टपदा फिरदा, गल तो कोई भी नहीं है। मतलब ਉਹਦੇ अंदर शीतलता नहीं सी, इस करके क्रोध की अग ने ਉਹਦੇ अंदर ਨੂੰ ਸਾੜ ਦਿੱਤਾ।
तो उस सड़े हुए बंदे दे अंदरों की निकलना, सड़ियांद जिन्हों कहते हैं वही निकली है, मतलब सड़ी चीज़ निकलनी है, मतलब वो बोलों राही की निकलना है, चंगी चीज़ नहीं। क्रोधी बंदे दे मुख दे विचों कभी भी फुल नहीं किरदे, अप शब्द डिगते हैं। झगड़ते हुए बंदे नूं देखो, उन्होंने मूँह दे विचों फुल नहीं डिगते। जिहड़ा संयम वाला हुंदा, सादगी सहज वाला हुंदा, ते वो जिहड़ा वो बड़ा सोच समझ के बोलदा। सियाणे बंदे ओदी निक्की जी बोली दी उस गल दी पकड़ कर लेंदे ने और समझ जाते हैं भी ये बंदा की बोलदा है। तो जिहड़ा तैश विच हो के जां जिहड़ा गुस्से दे विच उच्ची बोलदा है, ओदी गल दा कोई निर्णय नहीं करता, कहता भी नहीं ये अपनी होशो आवास विच नहीं है, ये अपनी होश विच नहीं है। ये ठंडा होएगा, शांत होएगा, चल जाके बह फिर तेरी गल सुनांगे। इदां ही हुंदा ना, तू अपना पहला शांत हो, ठंडा हो, फिर तेरी गल सुनांगे। तो जिहड़ा शांत हुंदा, ठंडा हुंदा, शीतल हुंदा, ओदी गल नूं सुन के ओदी गल दी कदर कीती जांदी है, उस दी गल दी कीमत पाई जांदी। सो गुरु साहब जी कहंदे ने भी जिहड़े सुर नर देव असुर त्रै गुणिया सगलो भवन लुट्यो री। जिस माया दी अग्नि ने सारियां नूं लुट लिया, वड्डे वड्डे देव ही देते, जिन ब्रह्मा विष्णु महादेव छलिया, ब्रह्मे नूं विष्णु नूं महादेव छलिया, उन्होंने छल लिया, बाणी विच लिखिया। ते ओदी तपश तो ओदे प्रभाव तो मेरी सखीए तू किवें बची है। जिस माया दी अग्नि ने वड्डियां वड्डियां नूं साड़ दिता, तू किवें बचिया जां तू किवें बची, इहदे बारे तू मैनूं दस दे। दावा अगन बहुत त्रिन जाले, कोई हरियो बूट रहियो री। सो लगी हुई जंगल दी अग दे विचों बिरले जग में उत्तम काढ़ी है, बिरले कई के कोई बिरला बिरला जिहड़ा बचिया जां बचदा, कोई बिरला बिरला बचदा, अगन दे विचों बिरला बिरला बचदा। सो इसलिए माया दी अग महाराज जी कहंदे हर पासे पदार्थां दी दौड़, तृष्णा दी दौड़, इहदी अग हर पासे लगी हुई है। बिरला बिरला जिहड़ा इस अग दे विचों हरिया हो के बचदा। ध्यान देना, सुके पत्तियां नूं, सुके घाह नूं अग सकिंटां विच साड़ के सुआह करदी है। जिहड़ा हरिया हरी भरी चीज़ हुंदी है उधर नूं बहुत घट वधदी है, जां उसनूं टाइम जरूर लगदा। इस करके हरी चीज़ जिहड़ी है वो ज़्यादा चिर कायम रहिंदी है। जां इंज कह सकते हैं, जिसका मन हरिया भरिया होवे, अर्थ तो यही है, जिसका मन गुणा दे नाल हरिया भरिया होवे, वो लंबे समय तक टिकिया रहिंदा है, वो लंबी जिंदगी जिउंदा है, ਉਹਦੇ विचार लम्मे चलते हैं। जिहड़ा माया की तपश नाल सड़िया होया वो तो साड़ी जाता विचारा करके, ਉਹਦੇ विचार लंबे की चलने ने। ध्यान देना, जिहड़ा अंदरों हरिया भरिया है ਉਹਦੀ गल ते ਉਹਦੇ विचार जिहड़े ने दूर तक चलते हैं, कई जन्मां तक कह लीए, सालां तक कह लीए, युगां तक कह लीए, उदों तक चलते हैं। तो जिहदे अंदर तपश है उस तपश दे नाल उस दे विचार भी नाल ही सड़ जाते हैं, वो लंबी देर तक नहीं चलते। किसी दे अंदर निमरता, एक निमरता है, एक क्रोध है। निमरता ज़्यादा चेर कटदी है, चलती है, जां क्रोध। क्रोध दे नाल ते एक मिनट दे विच रिश्ता खत्म हो जाता है। निमरता दे नाल रिश्ते की शुरुआत होती है तो रिश्ता बुलंदियां तक जाता है। ਇਹਦਾ मतलब निमरता एक हरिया भरिया, हरे भरे होने की निशानी है। सो गुरु साहब जी कहते इस करके अपने आप को हरिया भरिया रखना, मतलब निमरता दे विच रखना, सहज विच रखना, संयम विच रखना, ये सानू गुरबाणी ही दसदी। काजर कोट में भई ना कारी, निर्मल बचन बनियो री। सो गुरु साहब जी कहते वो पुछदी है सखी
भी ये ਜਿਹੜਾ जग है ना, एक कज्जल की कोठड़ी है। जग काजल की कोठड़ी अंध परे ते समाए। कज्जल की कोठड़ी होवे, हुण कोठड़ियां ने, हुण कोठे ने, कोठे तो कोठियां। पहला होंदी सी कोठड़ी, फिर कोठा, हुण कोठी। कोठड़ी बिल्कुल निक्की, कोठा थोड़ा खुला ते कोठी ज़्यादा खुली। ते कोठड़ी होंदी सी सौड़ी तंग। भगत कबीर जी की भी पंक्ति कहते, कबीर जग काजल की कोठड़ी। काजल मैंने कज्जल नूं कहंदे ने, कालख नूं कहंदे ने। जिहड़ा जग है, जिद्दां कोई कालख होंदी है ना, काली कज्जल कालख, ये इदां दी कोठड़ी है जिहदे सज्जे खब्बे मतलब कालख ही कालख लगी हुई है। देखो कहंदे कालख ही कालख लगी हुई है। तुसीं देखो आ साड़ियां दीवारां तो कई बार वो झड़दा ना पेंट, ते कई बार ढो ला के बहने आ ते सारे कपड़े खराब हो जाते हैं। महाराज जी कहते जिहड़ा जग है ना, एक कज्जल की कोठड़ी है, कालख की कोठड़ी है, सारे पासे कालख ही कालख लगी हुई है। जां इंज उदाहरण लैने आ भी कोठड़ी एक कज्जल की भरी है, कालख की भरी है, ते अंदर हनेरा ते बंदा उहदे विच चला गया, जिन्हों दिसदा उहदे भी कपड़े नूं दाग लग जाएगा। पर भगत जी कहते जे अन्ना चला जाए उहदे विच, जिहड़ा एक सुजाखा जे वह कज्जल की कोठड़ी दे विच चला जाए, दाग उहदे लीड़े नूं भी लग जाना। पर जे भगत जी कहते हैं जग काजल की कोठड़ी अंध परे, अंध मतलब अन्ना बंदा उहदे विच चला गया, अंध परे ते समा। हुण अंधा बंदा चल गया कज्जल की कोठड़ी विच, कालख की कोठड़ी दे विच, वो तो हनेरे दे विच ते सुजाखे नूं भी दाग लग जाना, ते जिहड़ा है ही अन्ना वो तो बचेगा ही नहीं, वो नहीं बच सकता। गुरु साहब जी कहते ने जिहड़े जिहड़े संसार दे विच जिन्ने भी रस ने, जिन्ना भी संसार दे विच साडे मन नूं प्रभावित करने वाला सिस्टम है, एक कालख दी न्याई है। ये साडे मन नूं ते तन नूं बहुत कुछ उजला नहीं करते, काला करते। माया मन नूं उजला नहीं करती, माया मन नूं दागी करती है। ते उस जग दे विच गुरु साहब जी कहते ने तू किवें मतलब बेदाग रवेगा। पैर पैर ते सानू चुनौतियां ने, ध्यान देना, घर दे विच घरों बाहर निकलते पैर पैर ते चुनौतियां ने। उन्हां चुनौतियां दा सामना मनुख ने किवें करना है, सब कुछ बाणी दसदी है। सो गुरु साहब जी कहते हैं इस कज्जल की कोठड़ी दे विच वो जड़ी जीव इस्तरी है ना, जड़ी सखी है रब दे नाल जुड़ी, तो वो कहती भी मैं उजली हाँ, मैं साफ हाँ, बेदाग हाँ, मैं बच गई। क्योंकि पहली गल है मेरे गुरु ने मैनू उस कज्जल की कोठड़ी दे विच जान ही नहीं दिता। जब गई ने फिर दाग कित्थों लगना, ध्यान देना। जो माड़ी संगत विच कोई जाएगा नहीं तो कि गवाह काहदे वास्ते लभना जी। गवाह उन्हें बनाया जाता जिहड़ा कोई माड़ी संगत विच खलोता होवे। पुछया उन्हें जाता भी तू ही उत्थे सी, जिहड़ा उस जगह ते गया ही नहीं उन्होंने क्यों कोई पुछेगा। जिहड़ा कोई माड़ी संगत विच गया ही नहीं क्यों कोई उन्होंने लेखा पुछेगा। तो उस भैन कहती है, सखी कहती है, अज का शब्द सखी के रूप दे विच कहती मैं उत्थे गई नहीं तो दाग काहदा लगना, उत्थे गई ही नहीं, बचा के रखा मेरे मालक ने, मैनू उत्थे जान ही नहीं दिता, बस मैनू बचा के रखा, दाग लगन नहीं दिता, मैनू बचा के रखा। किवें बचाया? महामंत्र गुर हिरदे वसियो अचरज नाम सुनियो री। कहते मैं बची तां मेरे हिरदे विच गुरु का मंत्र चल रहा सी, मेरे गुरु का मंत्र चल रहा सी। जो किसी को गंदी निगाह के नाल देखने का किसी का मन करदा नहीं, चाहे औरत है चाहे मर्द है, तो असीं फिर बाणी की यह पंक्ति अगे पढ़ लीए, देख पराइयां चंगियां मावां भैणां धीआं जाने। जे किसी ने सुनिया होएगा वो रुक जाएगा। तो ये भी बच्ची जी है मेरी भैन वर्गी है, जिवें दी मेरी भैन ये भी मेरी भैन वर्गी, जिवें दी मेरी माई है, माँ है, बीबी है, दादी है, नानी है, ये भी उदा दी है। जिवें मेरा निक्का भाई है,
ਜੇ ਮੇਰਾ ਵੱਡਾ ਭਰਾ ਹੈ, ਜੇ ਮੇਰੀ ਧੀ ਹੈ, ਇਹ ਵੀ ਉੱਦਾਂ ਦੀ ਆਪੇ ਹੀ ਕੱਜਲ ਦੀ ਕੋਠਰੀ ਦੇ ਵਿੱਚੋਂ ਕਾਲਖ ਲੱਗਣੋਂ ਬਚ ਗਈ। ਤੇ ਜੇ ਆਪਣਿਆਂ ਨੂੰ ਆਪਣੇ ਤੇ ਦੂਜਿਆਂ ਨੂੰ ਬੇਗਾਨਾ ਹੀ ਸਮਝਣਾ ਤੇ ਫਿਰ ਪੈਰ ਪੈਰ ਤੇ ਦਾਗ ਲੱਗੇਗਾ। ਧਿਆਨ ਦੇਣਾ, ਜੇ ਸਿਰਫ ਮੇਰਾ ਟੱਬਰ ਹੀ ਮੇਰਾ, ਬਾਕੀ ਸੰਸਾਰ ਬੇਗਾਨਾ, ਫਿਰ ਤੇ ਮਹਾਰਾਜ ਜੀ ਕਹਿੰਦੇ ਕੱਜਲ ਦੀ ਕੋਠਰੀ 'ਚ ਪੈ ਗਿਆ, ਦਾਗ ਲੱਗਣਾ ਹੀ ਲੱਗਣਾ। ਮਹਾਰਾਜ ਜੀ ਕਹਿੰਦੇ ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਗੋਬਨ ਆਈ। ਗੁਰੂ ਮਹਾਰਾਜ ਜੀ ਕਹਿੰਦੇ ਇਹ ਤੁਸੀਂ ਮੇਰਾ ਪਰਿਵਾਰ ਹੋ, ਇੱਕ ਪਰਿਵਾਰ ਹੋ ਸਾਰੇ, ਤੁਸੀਂ ਮੇਰਾ ਇੱਕੋ ਹੀ ਪਰਿਵਾਰ ਹੋ। ਮਹਾਰਾਜ ਨੇ ਕਿਹਾ ਸੀ ਪੰਜਾਂ ਪਿਆਰਿਆਂ ਨੂੰ, ਕੋਈ ਨਾਈ ਹੈ, ਕੋਈ ਛਿੰਬਾ ਹੈ, ਕੋਈ ਲੋਹਾਰ ਹੈ, ਕੋਈ ਝੂਰ ਹੈ, ਤੇ ਕੋਈ ਖੱਤਰੀ ਹੈ। ਇਹ ਨਹੀਂ ਕਿਹਾ ਵੀ ਤੇਰਾ ਪਰਿਵਾਰ ਵੱਖਰਾ, ਛਿੰਬਿਆ ਤੇਰਾ ਵੱਖਰਾ, ਲੋਹਾਰਾ ਤੇਰਾ ਵੱਖਰਾ, ਝੂਰ ਤੇਰਾ ਵੱਖਰਾ, ਖੱਤਰੀ ਤੇਰਾ ਵੱਖਰਾ, ਤੇ ਨਾਈ ਤੇਰਾ ਵੱਖਰਾ। ਅਸੀਂ ਵੱਖਰਾ ਵੱਖਰਾ ਵੈਸੇ ਬਣਾਇਆ ਹੋਇਆ। ਉਹ ਕਹਿੰਦੇ ਸੀ ਸੁਖੀ ਵਸੈ ਮੋਰੋ ਪਰਿਵਾਰ, ਇਹ ਸਾਰਾ ਮੇਰਾ ਪਰਿਵਾਰ। ਜਦੋਂ ਅਸੀਂ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਿਆ, ਫਿਰ ਕੱਜਲ ਦੀ ਕੋਠਰੀ ਵਿੱਚ ਕੋਈ ਨਹੀਂ ਜਾਏਗਾ। ਦੇਖੋ, ਜਦੋਂ ਅਸੀਂ ਮੈਲਾ ਦੇਖਣਾ, ਦਾਗ ਤੇ ਤਾਂ ਹੀ ਲੱਗਣਾ। ਜਦ ਗੁਰੂ ਨੇ ਸਾਨੂੰ ਸਿਖਾ ਹੀ ਦਿੱਤਾ ਵੀ ਤੂੰ ਦੇਖਣਾ ਕੀ ਹੈ, ਦੋਏ ਦੋਏ ਲੋਚਨ ਪੇਖਾਂ ਹੋ ਹਰ ਵੇਲੇ ਔਰ ਨਾ ਦੇਖਾਂ, ਆਪੇ ਹੀ ਬੇਦਾਗ ਹੋ ਗਿਆ, ਦਾਗ ਲੱਗਿਆ ਹੀ ਨਹੀਂ। ਜਦ ਮਨ ਦੇ ਵਿੱਚ ਨਿਮਰਤਾ ਰਹਿਣੀ ਹੈ, ਪ੍ਰੇਮ ਰਹਿਣਾ, ਦੂਜੇ ਦੇ ਪੁੱਤਰ ਨੂੰ ਵੀ ਆਪਣਾ ਪੁੱਤਰ ਸਮਝਣਾ, ਪ੍ਰੇਮ ਨਾਲ ਗਲੇ ਨਾਲ ਲਾਉਣਾ, ਸਤਿਕਾਰ ਕਰਨਾ, ਤੇ ਕਿਵੇਂ ਦਾਗ ਲੱਗੇਗਾ? ਕਦੇ ਲੱਗੇਗਾ ਹੀ ਨਹੀਂ। ਜੇ ਬੇਗਾਨਾ ਸਮਝਿਆ ਫਿਰ ਦਾਗ ਲੱਗੇਗਾ। ਸੋ ਸਖੀ ਕਹਿੰਦੀ ਹੈ, ਗੁਰੂ ਸਾਹਿਬ ਸਖੀ ਦੇ ਰੂਪ ਦੇ ਵਿੱਚ ਕਹਿੰਦੇ ਨੇ, ਕਹਿੰਦੇ ਮੈਂ ਪਤਾ ਕਿਉਂ ਬਚੀ, ਮਹਾ ਮੰਤਰ ਗੁਰ ਹਿਰਦੇ ਬਸਿਓ, ਅਚਰਜ ਨਾਮ ਸੁਣਿਓ ਰੀ। ਮੈਂ ਨਾਮ ਸੁਣਿਆ ਹੋਇਆ ਸੀ, ਮੈਨੂੰ ਜੁਗਤੀ ਦਿੱਤੀ ਹੋਈ ਸੀ। ਧੀ ਨੂੰ ਡੋਲੀ ਵਿੱਚ ਬਹਾਉਣ ਤੋਂ ਪਹਿਲਾਂ ਮਾਂ ਸਖੀਆਂ ਕੁਝ ਨਾ ਕੁਝ ਸਿਖਾਉਂਦੀਆਂ ਨੇ, ਸਹੁਰੇ ਘਰ ਕਿਵੇਂ ਵਸਣਾ। ਜਿਹੜੀ ਨਹੀਂ ਸਿੱਖਦੀ ਉਹ ਚੌਥੇ ਦਿਨ ਵਾਪਸ ਪੇਕੇ ਆ ਜਾਂਦੀ ਹੈ। ਧਿਆਨ ਦੇਣਾ, ਉਹਨੂੰ ਕੁਝ ਸੰਸਕਾਰ ਦਿੱਤੇ ਜਾਂਦੇ ਨੇ, ਉਹਨੂੰ ਕੁਝ ਸਿਖਾਇਆ ਜਾਂਦਾ ਹੈ, ਸਭ ਕੁਝ ਦੱਸਿਆ ਜਾਂਦਾ, ਅਤੇ ਉਹ ਚੀਜ਼ ਨੂੰ ਪੱਲੇ ਬਣਦੀ ਹੈ ਅਤੇ ਸੁਖੀ ਵਸਦੀ ਹੈ। ਸੁਖੀ ਵਸੈ ਮੋਰੋ ਪਰਿਵਾਰ। ਅਤੇ ਉਹ ਕਹਿੰਦੀ ਹੈ ਵੀ ਮੈਂ ਆਪਣੇ ਗੁਰੂ ਦੇ ਮੰਤਰ ਨੂੰ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਮਤਲਬ ਬਿਠਾ ਕੇ ਰੱਖਿਆ, ਜੋੜ ਕੇ ਰੱਖਿਆ, ਅਤੇ ਮੈਂ ਬਚਦੀ ਰਹੀ, ਸਹੀ ਰਹੀ, ਮੇਰਾ ਜੀਵਨ ਵਧੀਆ ਰਿਹਾ। ਸਾਰਾ ਜੀਵਨ ਦੁਨੀਆ ਵਿੱਚ ਐਸੇ ਇਨਸਾਨ ਹੁੰਦੇ ਨੇ, ਸਾਰੇ ਜੀਵਨ ਦੇ ਵਿੱਚ ਇੱਕ ਵੀ ਦਾਗ ਨਹੀਂ ਲੱਗਦਾ। ਧਿਆਨ ਦੇਣਾ, ਗੁਰੂ ਸਾਹਿਬ ਮਿਹਰ ਕਰਦੇ ਨੇ, ਗੁਰੂ ਸਾਹਿਬ ਆਪ ਵੀ ਕਰਦੇ ਨੇ ਇਹ ਕਿਰਪਾ, ਬਹੁਤ ਵੱਡੀ ਗੱਲ ਹੈ। ਉਹ ਜੀਵਨ ਆਪਣਾ ਬਿਲਕੁਲ ਵਧੀਆ ਤਰੀਕੇ ਨਾਲ ਬਤੀਤ ਕਰਦੇ ਨੇ, ਔਰ ਉਹਨਾਂ 'ਤੇ ਗੁਰੂ ਦੀ ਬਹੁਤ ਕਿਰਪਾ। ਉਹਨਾਂ ਕੋਲ ਮੰਤਰ ਹੁੰਦਾ, ਬਸ ਮੰਤਰ ਤੋਂ ਬਗੈਰ ਕੁਛ ਵੀ ਨਹੀਂ। ਵਾਹਿਗੁਰੂ ਗੁਰਮੰਤਰ ਹੈ। ਇਹ ਜਿਹੜਾ ਗਿਆਨ ਰੋਜ਼ ਅਸੀਂ ਲੈਂਦੇ ਹਾਂ, ਇਹ ਮੰਤਰ ਹੀ ਹੈ। ਜੇ ਕਿਸੇ ਨੂੰ ਸਮਝ ਲੱਗ ਗਈ ਠੀਕ ਹੈ, ਨਹੀਂ ਲੱਗੀ ਤੇ ਫਿਰ ਕਿਸੇ ਜਿੱਦਣ ਲੱਗ ਜਾਏਗੀ ਉਦਣ ਬਚੇਗਾ। ਆਖਰੀ ਪੰਕਤੀ, ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ। ਹੇ ਮੇਰੀ ਇਹ ਭੈਣ, ਮੇਰੇ 'ਤੇ ਜਿੱਦਣ ਦੀ ਉਸ ਨੇ ਮਿਹਰ ਕੀਤੀ ਹੈ, ਮੇਰੇ 'ਤੇ ਨਿਗਾਹ ਕੀਤੀ ਹੈ, ਅਤੇ ਉਦਣ ਦਾ ਹੀ ਮੈਨੂੰ ਉਸ ਨੇ ਆਪਣੇ ਚਰਨਾਂ ਨਾਲ ਜੋੜੀ ਰੱਖਿਆ ਹੈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਮੈਂ ਉਸ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਹਦੀ ਭਗਤੀ ਦੇ ਵਿੱਚ ਮੈਂ ਲੱਗ ਗਈ, ਅਤੇ ਇਹ ਜਲ ਰਹੇ ਸੰਸਾਰ ਦੇ ਵਿੱਚੋਂ, ਸੜ ਰਹੇ ਸੰਸਾਰ ਦੇ ਵਿੱਚੋਂ ਮੈਂ ਸਾਧ ਸੰਗਤ ਕਰਕੇ ਬਚ ਗਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਮੈਂ ਸਾਧਿਆਂ ਹੋਇਆਂ ਦੀ ਸੰਗਤ, ਮੈਂ ਸਾਧੂਆਂ ਦੀ ਸੰਗਤ ਦੇ ਵਿੱਚ ਜਾ ਕੇ ਇਹ ਬਰਕਤ, ਇਹ ਬਖਸ਼ਿਸ਼ ਪਾਈ ਹੈ। ਸੋ ਸਾਧ ਸੰਗਤ ਜੀ, ਇਹ ਸੀ ਲੜੀਵਾਰ ਸ਼ਬਦ ਦੀ ਵਿਚਾਰ। ਸਾਨੂੰ ਵੀ ਪਤਾ ਲੱਗਦਾ ਵੀ ਇੱਦਾਂ ਬਖਸ਼ਿਸ਼ ਹੁੰਦੀ ਹੈ, ਸਾਨੂੰ ਵੀ ਪਤਾ ਲੱਗਦਾ ਰੋਜ਼ ਵੀ ਇਹ ਜੁਗਤੀਆਂ ਨੇ, ਇਹ ਢੰਗ ਨੇ, ਇਹ ਗੁਰੂ ਸਾਹਿਬ ਦੱਸਦੇ ਨੇ। ਗੁਰੂ ਸਾਹਿਬ ਮਿਹਰ ਕਰਨ। ਸ਼ਬਦ ਦਾ ਭਾਵ ਅਰਥ ਮਹਾਰਾਜ ਸਾਡੇ ਹਿਰਦਿਆਂ 'ਚ ਵਸਾਉਣਾ, ਸਾਡੇ ਗੁਨਾਹਾਂ ਨੂੰ ਮਾਫ ਕਰਨਾ, ਔਰ ਸਾਨੂੰ ਭਟਕਿਆਂ ਨੂੰ ਸਿੱਧੇ ਰਸਤੇ ਪਾਉਣਾ। ਮੈਂ ਮੇਰੀ ਤੋਂ ਬਚਾਉਣਾ ਮਹਾਰਾਜ ਜੀ, ਔਰ ਸਭ ਦੇ ਪਰਿਵਾਰ ਨੂੰ ਖੁਸ਼ੀਆਂ ਦੇਣੀਆਂ, ਸਭ ਦੀ ਭਾਵਨਾ ਨੂੰ ਪਵਿੱਤਰ ਕਰਨਾ, ਸਭ ਨੂੰ ਤਰੱਕੀਆਂ ਬਖਸ਼ਣੀਆਂ, ਸਭ ਨੂੰ ਨਿਤਨੇਮ ਬਖਸ਼ਣਾ, ਔਰ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਮਹਾਰਾਜ ਜੀ ਸਰਬੱਤ ਦਾ ਭਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।